ਅਜੂਨੀ ਸੈਭੰ ਗੁਰ ਪ੍ਰਸਾਦ। ਜਾਪਾਤ ਸੱਚ ਜੁਗਾਤ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਸਤਨਾਮ ਵਾਹਿਗੁਰੂ ਸਾਹਿਬ ਜੀ। ਏਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਅਰ ਸ਼੍ਰੀ ਹਰਿ ਗੋਬਿੰਦ। ਹਰਿ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਮੰਦਾ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਦੋਹਰਾ ਅਮਰਦਾਸ ਸ੍ਰੀ ਸਤਿਗੁਰੂ ਜਾਨ ਸਕਲ ਗਤ ਲੀਨ। ਸੋਢੀ ਕੁਲ ਭੂਖਨ ਤਵੈ ਨਿਕਟ ਬੁਲਾਵਨ ਕੀਨ। ਜੁਗੋ ਜੁਗ ਅਟਲ ਚਬਰ ਛਤਰ ਤਖਤ ਕੇ ਮਾਲਕ। ਦਸਾਹੀਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ। ਹਾਜ਼ਰਾ ਹਜੂਰ ਜਾਰਾ ਜਹੂਰ ਸਰਬ ਕਲਾ ਭਰਪੂਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਵੇਲੇ ਦੀ ਸਜ ਰਹੀ ਗੁਰੂ ਸਭਾ ਦੀ ਹਾਜ਼ਰੀ ਭਰਨ ਦੇ ਲਈ ਗੁਰੂ ਚਰਨਾਂ ਵਿੱਚ ਸੱਜ ਬੈਠੇ ਸਤਸੰਗੀ ਜਿਹਨੂੰ ਆਪਾਂ ਸਾਰੇ ਸਰੀਰ ਧੰਤਾ ਦੇ ਯੋਗ ਆ, ਜਿਨ੍ਹਾਂ ਨੂੰ ਹਰ ਰੋਜ਼ ਦੀ ਦਰਾਜ ਵੀ ਸਤਿਗੁਰੂ ਦੇਵ ਜੀ ਦੀ ਬਖਸ਼ਿਸ਼ ਸਦਕਾ ਗੁਰੂ ਚਰਨਾਂ ਵਿੱਚ ਬੈਠ ਕਰਕੇ ਸਤਿਗੁਰੂ ਜੀ ਦੇ ਜੀਵਨ ਇਤਿਹਾਸ ਦੀ ਚੱਲ ਰਹੀ ਲੜੀਵਾਰ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਇਤਿਹਾਸਕ ਵਾਰਤਾ ਵਿਚਾਰਨ ਤੇ ਸਰਵਣ ਕਰਨ ਦਾ ਯੋਗ ਸਮਾਂ ਪ੍ਰਾਪਤ ਹੋ ਰਿਹਾ ਹੈ। ਪਿੱਛੇ ਕੱਲ੍ਹ ਆਪਾਂ ਪ੍ਰਸੰਗ ਵਿੱਚ ਵਿਚਾਰਨਾ ਕੀਤਾ ਕਿ ਇਸ ਪ੍ਰਕਾਰ ਅਕਬਰ ਬਾਦਸ਼ਾਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਆ ਕਰਕੇ ਨਤਮਸਤਕ ਹੁੰਦਾ ਹੈ। ਕਿਵੇਂ ਕੁਝ ਪਿੰਡਾਂ ਦਾ ਪਟਾ ਸਤਿਗੁਰੂ ਦੇਵ ਜੀ ਦੇ ਤਾਂ ਉਹ ਭੇਟ ਕਰਦਾ ਹੈ, ਪਰ ਸਤਿਗੁਰੂ ਦੇਵ ਜੀ ਉਹਦੀ ਇਹ ਭੇਟਾ ਉਹਦੀ ਨਿਮਰਤਾ ਨਿਰਵਾਣਤਾ ਵੇਖ ਕੇ ਪ੍ਰਵਾਨ ਕਰਦੇ ਹੈ। ਇਉਂ ਕੱਲ੍ਹ ਬੜੇ ਵਿਸਥਾਰ ਨਾਲ ਆਪਾਂ ਪ੍ਰਸੰਗ ਵਿਚਾਰ ਦੇ ਵਿੱਚ ਸਮਾਪਤੀ ਕੀਤੀ ਸੀ। ਸੋ ਆਓ ਅੱਗਿਓਂ ਸਤਿਗੁਰੂ ਦੇਵ ਉਹ ਪਟਾ ਜ਼ਮੀਨ ਦਾ ਕਈ ਪਿੰਡਾਂ ਦਾ ਸਤਿਗੁਰੂ ਗੁਰੂ ਰਾਮਦਾਸ ਜੀ ਨੂੰ ਸੌਂਪ ਦਿੰਦੇ ਹੈ, ਆਉਣ ਵਾਲੇ ਸਮੇਂ ਦੀ ਵਿਚਾਰ ਨੂੰ ਮੁੱਖ ਰੱਖਦੇ ਹੋਏ। ਤੇ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਫਿਰ ਉਸ ਪਟੇ ਦੇ ਪਿੰਡਾਂ ਦੇ ਵਿਚਕਾਰ ਕਿਵੇਂ ਚੱਕ ਰਾਮਦਾਸਪੁਰ ਆਬਾਦ ਕਰਦੇ ਹੈ, ਉਹ ਸਾਰੀ ਵਾਰਤਾ ਅੱਗੇ ਇਸ ਪ੍ਰਸੰਗ ਵਿੱਚ ਆ ਰਹੀ ਹੈ। ਪ੍ਰਾਰੰਭ ਕਰਨ ਤੋਂ ਵਿਚਾਰ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀ। ਆਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਮਰਦਾਸ ਸ੍ਰੀ ਸਤਿਗੁਰੂ ਜਾਨ ਸਕਲ ਗਤ ਲੀਨ। ਸੋਢੀ ਕੁਲ ਭੂਖਨ ਤਵੈ ਨਿਕਟ ਬੁਲਾਵਨ ਕੀਨ। ਧੰਨ ਗੁਰੂ ਅਮਰਦਾਸ ਮਹਾਰਾਜ ਸਾਰੇ ਆਉਣ ਵਾਲੇ ਸਮੇਂ ਦੀ ਵਿਚਾਰ ਕਰਕੇ ਨਾ ਸੋਢੀ ਕੁਲ ਦੇ ਸਰਮਾਉਰ ਧੰਨ ਗੁਰੂ ਰਾਮਦਾਸ ਜੀ ਨੂੰ ਆਪਣੇ ਕੋਲ ਬੁਲਾ ਕੇ ਇਉਂ ਹੁਕਮ ਕਰਦੇ ਹਨ। ਜੋ ਪਈ ਸੁਣ ਹੈ ਸੋ ਬਸਨ ਹਿਤ ਥਾਨ। ਗ੍ਰਾਮ ਬਸਾਵੋ ਪੇਖ ਕਰ ਆਨ। ਸਤਿਗੁਰੂ ਦੇਵ ਆਖਣ ਲੱਗੇ ਸਤਿਗੁਰੂ ਗੁਰੂ ਰਾਮਦਾਸ ਜੀ ਨੂੰ, ਲਾਲ ਜੀਓ ਹੁਣ ਤੁਸੀਂ ਸੁਣੋ। ਗ੍ਰਾਮ ਬਸਾਵੋ ਪਿਖ ਕਰ ਆਣ, ਤੁਸੀਂ ਆਪਣੇ ਵਸਣ ਦੇ ਲਈ
ਗੋਬਿੰਦਵਾਲ ਸਾਹਿਬ ਛੱਡ ਕੇ ਕੋਈ ਨਵਾਂ ਟਿਕਾਣਾ ਆਬਾਦ ਕਰੋ। ਸਾਨੇ ਸਨੇ ਨਿਜ ਪਾਏ ਟਿਕਾਵੋ, ਬਹੁਰ ਕਰੋ ਪੁਰ ਮਹਾ ਬਸਾਵੋ। ਤੇ ਆਪਣਾ ਕਿਹੜਾ ਪੈਰ ਧਰਾਵਾ ਕਰੋ, ਫਿਰ ਹੌਲੀ ਹੌਲੀ ਉਹ ਨਵੇਂ ਵਸਾਏ ਨਗਰ ਨੂੰ ਹੋਰ ਆਬਾਦ ਕਰ ਲੈਣਾ, ਹੋਰ ਉਹਦੇ ਤਾਈਂ ਲੋਕਾਂ ਨੂੰ ਲਿਆ ਕੇ ਵਸਾ ਲੈਣਾ। ਜਿਮ ਖਡੂਰ ਗੁਰ ਸੇਵਾ ਕਰਕੈ, ਪਾਛੇ ਆਨ ਬਸੇ ਹਮ ਟਰਕੈ। ਜਿਵੇਂ ਅਸੀਂ ਖਡੂਰ ਸਾਹਿਬ ਵਿੱਚ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ ਤੇ ਫਿਰ ਗੁਰੂ ਜੀ ਦੇ ਹੁਕਮ ਨੂੰ ਕਮਾਉਂਦੇ ਅਸੀਂ ਆ ਨਵੇਂ ਨਗਰ ਗੋਬਿੰਦਵਾਲ ਵਿਖੇ ਆ ਵਸੇ। ਇਮ ਨੀਕੀ ਨਿਜ ਰਿਤੈ ਵਿਚਾਰੋ, ਬਸਨ ਹੇਤ ਥਲ ਜਾਏ ਨਿਹਾਰੋ। ਤੇ ਇਸੇ ਪ੍ਰਕਾਰ ਤੁਸੀਂ ਵੀ ਹੁਣ ਇਹ ਗੱਲ ਚੰਗੀ ਜਾਣੋ, ਆਪਣੇ ਮਨ ਤਾਈਂ ਤੇ ਆਪਣੇ ਵਸਣ ਦੇ ਲਈ ਗੋਬਿੰਦਵਾਲ ਸਾਹਿਬ ਛੱਡ ਕੇ ਨਵਾਂ ਨਗਰ ਆਬਾਦ ਕਰੋ। ਆਹੈ ਪਰਗਨਾ ਤੁਮਰੇ ਪਾਸ, ਥਲ ਆਛੋ ਬਿਖ ਕਰੋ ਆਵਾਸ। ਤੇ ਹੁਣ ਤੁਹਾਡੇ ਕੋਲ ਆ ਕਈ ਪਿੰਡਾਂ ਦੀ ਜ਼ਮੀਨ ਆ ਪੱਟੀ ਪਰਗਣੇ ਦੀ, ਇੱਥੇ ਜਿੱਥੇ ਵੀ ਤੁਹਾਨੂੰ ਇਹਨਾਂ ਪਿੰਡਾਂ ਦੇ ਵਿਚਕਾਰ ਚੰਗੀ ਜਗ੍ਹਾ ਲੱਗਦੀ ਹੈ ਤੇ ਉੱਥੇ ਤੁਸੀਂ ਆਪਣਾ ਆਵਾਸ, ਆਪਣਾ ਰਹਿਣ ਬਸੇਰਾ ਤਿਆਰ ਕਰੋ। ਸੁਣ ਸ਼੍ਰੀ ਰਾਮਦਾਸ ਕਰ ਜੋਰੇ, ਹੁਕਮ ਆਪ ਕੋ ਮੋਰ ਅਮੋਰੇ। ਅੱਗਿਓਂ ਗੁਰੂ ਰਾਮਦਾਸ ਹੱਥ ਜੋੜ ਕੇ ਆਖਣ ਲੱਗੇ, ਗੁਰੂ ਅਮਰਦਾਸ ਜੀਓ, ਮੈਂ ਤੁਹਾਡਾ ਦਾਸ ਹਾਂ, ਤੁਹਾਡੇ ਹੁਕਮ ਨੂੰ ਮੋੜ ਨਹੀਂ ਸਕਦਾ। ਰਾਵਰ ਕੀ ਰਜਾਏ ਮਹਿ ਰਾਜੀ, ਇਹੀ ਪ੍ਰਤੱਗਿਆ ਮੈਂ ਉਰ ਸਾਜੀ। ਸਤਿਗੁਰ ਦੇ ਮੈਂ ਤਾਂ ਸਦਾ ਆਪ ਜੀ ਦੇ ਰਜਾ ਦੇ ਵਿੱਚ ਹੀ ਰਾਜੀ ਹਾਂ, ਤੁਹਾਡੇ ਹੁਕਮ ਦੇ ਵਿੱਚ ਹੀ ਹਾਂ। ਮੈਂ ਤਾਂ ਮਨ ਵਿੱਚ ਇਹ ਗੱਲ ਦ੍ਰਿੜ ਕੀਤੀ ਹੋਈ ਹੈ। ਜੋ ਤੁਮ ਕਰੋ ਸੋ ਆਛੀ ਹੋਏ, ਆਛੀ ਹੋਏ ਕਰੋ ਤੁਮ ਜੋਏ। ਤੁਸੀਂ ਜੋ ਕੁਝ ਕਰਦੇ ਹੋ ਉਹ ਗੱਲ ਚੰਗੀ ਹੁੰਦੀ ਹੈ, ਤੇ ਹੁਣ ਮੈਨੂੰ ਵੀ ਫਿਰ ਤੁਹਾਡੇ ਹੁਕਮ ਹੀ ਕਮਾਉਣ ਦੀ ਗੱਲ ਪਾਉਂਦੀ ਹੈ। ਹਮ ਪ੍ਰਾਣੀ ਕਿਆ ਸਕੈ ਵਿਚਾਰੇ, ਸਭ ਗੁਣ ਸਾਗਰ ਮਹਿਦ ਅਪਾਰੇ। ਅਸੀਂ ਤਾਂ ਸਤਿਗੁਰਦੇਵ ਤੁਛ ਸਮਝਦੇ ਜੀਵ ਹਾਂ, ਤੇ ਆਪ ਸਮਗਰ ਗੁਣਾਂ ਦੇ ਮਹਾ ਸਾਗਰ ਹੋ। ਥਲ ਕੋ ਪਰਖਨ ਹੇਤ ਨਿਕੇਤ, ਮੈਂ ਤੁਮ ਆਗੇ ਕਹਾਂ ਅਚੇਤ। ਸਤਿਗੁਰਦੇਵ ਜੀਓ, ਘਰ ਬਣਾਉਣ ਦੇ ਲਈ ਕਿਹੜੀ ਜਗ੍ਹਾ ਠੀਕ ਹੈ, ਇਸ ਦਾ ਮੈਨੂੰ ਕੋਈ ਗਿਆਨ ਨਹੀਂ ਹੈ। ਮੈਂ ਅਣਜਾਣ ਹਾਂ, ਮੈਨੂੰ ਕੋਈ ਪਰਖ ਨਹੀਂ ਕਿ ਕਿੱਥੇ ਕਰਕੇ ਨਗਰ ਆਬਾਦ ਕੀਤਾ ਜਾ ਸਕਦਾ ਹੈ। ਅਰਜੀ ਸਿੱਖ ਕੀ ਰਾਵਰ ਮਰਜੀ, ਮੈਂ ਗੁਰੂ ਜੀ ਇੱਕ ਸੇਵਾ ਗਰਜੀ। ਸਤਿਗੁਰ ਦੇ ਮੈਂ ਤਾਂ ਆਪ ਜੀ ਦਾ ਕੇਵਲ ਸੇਵਕ ਹਾਂ, ਤੇ ਸੇਵਕ ਤਾਂ ਬੇਨਤੀ ਕਰ ਸਕਦਾ, ਅਰਜੀ ਕਰ ਸਕਦਾ, ਮਰਜ਼ੀ ਆਪ ਜੀ ਦੀ ਹੈ। ਹੁਣ ਆਪ ਜੀ ਨੇ ਕਿਵੇਂ ਇਹ ਮਹਾਨ ਕਾਰਜ ਮੈਥੋਂ ਕਰਵਾਉਣਾ ਹੈ। ਜਿਮ ਰਜਾਏ ਜਿਸ ਥਲ ਕੋ ਕਹੋ, ਸਕਲ ਰੀਤ ਨੀਕੇ ਜਿਸ ਲਹੋ। ਜਿਵੇਂ ਆਪ ਜੀ ਦੀ ਮਰਜ਼ੀ ਹੋਵੇ ਸਤਿਗੁਰਦੇਵ, ਉਵੇਂ ਮੇਰੀ ਗਰਜ ਤਾਂ ਸੇਵਾ ਤੱਕ ਹੀ ਹੈ। ਤੇ ਜਿਵੇਂ ਆਖੋਗੇ, ਜਿਸ ਥਾਂ ਤੇ ਆਖੋਗੇ, ਜਿਹੜੀ ਜਗ੍ਹਾ ਚੰਗੀ ਹੈ, ਉਥੇ ਇਹ ਕਾਰਜ ਆਪ ਜੀ ਦੇ ਸੇਵਕ ਦੁਆਰਾ ਹੋ ਜਾਵੇਗਾ। ਜਹਾਂ ਬਤਾਵੋ ਕਰੁਣਾ ਪਾਤਾਰ, ਸੇਵਕ ਜਾਏ ਕਰਹਿ ਤਹਿ ਕਾਰ। ਤੁਸੀਂ ਕਿਰਪਾ ਕਰਕੇ ਜਿੱਥੇ ਵੀ ਆਖੋਗੇ ਸੇਵਕ, ਮੈਂ ਤਾਂ ਉੱਥੇ ਜਾ ਕੇ ਕੰਮ ਕਰਨ ਲੱਗ ਜਾਵਾਂਗਾ। ਪਰ ਮੈਨੂੰ ਹੁਣ ਇਹਨਾਂ ਪਿੰਡਾਂ ਦੇ ਵਿਚਕਾਰ ਕਿਹੜੀ ਜਗ੍ਹਾ ਚੰਗੀ ਹੈ, ਕਿੱਥੇ ਨਗਰ ਆਬਾਦ ਕੀਤਾ ਜਾ ਸਕਦਾ ਹੈ, ਇਹਦੇ ਬਾਰੇ ਕੋਈ ਬਹੁਤਾ ਗਿਆਨ ਨਹੀਂ ਹੈ। ਨਹਿ ਸੁਤੰਤਰ ਕਛ ਮੋਹ ਤੇ ਹੋਏ, ਸੋ ਸਭ ਕਰਹੁ ਪ੍ਰੇਰਹੁ ਜੋਏ। ਮੇਰੇ ਕੋਲੋਂ ਆਪਣੇ ਆਪ ਤੋਂ ਕੁਝ ਨਹੀਂ ਹੁੰਦਾ, ਜੋ ਵੀ ਤੁਸੀਂ ਪ੍ਰੇਰਣਾ ਕਰੋਗੇ ਮੈਂ ਤਾਂ ਉਹੀ ਕੁਝ ਕਰ ਸਕਾਂਗਾ, ਉਹੀ ਕਰਨ ਦੀ ਸਮਰੱਥਾ ਮੇਰੇ ਵਿੱਚ ਹੈ। ਸੁਣ ਸ਼੍ਰੀ ਅਮਰਦਾਸ ਕਰ ਕਰਨਾ, ਸਰਬ ਪ੍ਰਸੰਗ ਭਲੇ ਕਰ ਵਰਨਾ। ਧੰਨ ਗੁਰੂ ਅਮਰਦਾਸ ਮਹਾਰਾਜ, ਇਹ ਸਾਰੀ ਗੱਲ ਜਦੋਂ ਬੜੀ ਨਿਮਰਤਾ ਸਹਿਤ ਕਹੀ ਨਾ, ਗੁਰੂ ਰਾਮਦਾਸ ਜੀ ਨੇ ਸੁਣ ਕੇ ਤੇ ਬੜੀ ਦਇਆ ਦੇ ਘਰ ਵਿੱਚ ਆ ਕੇ ਬਚਨ ਕਰਦੇ ਹੈ। ਗ੍ਰਾਮ ਤੁੰਗ ਤੇ ਅਹੈ ਉਰੇਰੇ, ਗਿਲਵਾਲੀ ਤੇ ਲਖੋ ਪਰੇਰੇ। ਸਤਿਗੁਰਦੇਵ ਜੀ ਆਖਣ ਲੱਗੇ ਵੀ ਆ ਜਿਹੜੇ ਪਿੰਡਾਂ ਦਾ ਪਟਾ ਦੇ ਕੇ ਗਿਆ ਨਾ, ਅਕਬਰ ਜਿਹੜਾ ਅਸੀਂ ਤੁਹਾਨੂੰ ਦਿੱਤਾ ਹੈ,
ਹੁਣ ਇਹਦੇ ਵਿੱਚ ਹੁਣ ਜਿਹੜਾ ਪੱਟੀ ਪਰਗਣੇ ਦੇ ਵਿੱਚ ਪਿੰਡ ਪੈਂਦੇ ਆ ਨਾ, ਤੁੰਗ ਵਾਲੀ, ਗਿੱਲ ਵਾਲੀ ਤੇ ਆਪਣੇ ਤਾਂ ਸੁਲਤਾਨਵਿੰਡ। ਹੁਣ ਤੁੰਗ ਵਾਲੀ ਪਿੰਡ ਤੋਂ ਪਹਿਲਾਂ ਤੇ ਗਿੱਲ ਵਾਲੀ ਤੋਂ ਥੋੜਾ ਰਤਾ ਪਰਾਂ ਤੁਸੀਂ ਇਹ ਨਗਰ ਜਾਣ ਲੈਣਾ ਕਰੋ। ਐ ਸੁਲਤਾਨ ਪਿੰਡ ਜਿਸ ਨਾਮੋ, ਜਿਸ ਤੇ ਪਛਮ ਦੇਸ਼ ਅਬਰਾਮੋ। ਤੇ ਸੁਲਤਾਨਵਿੰਡ ਕੋਲੇ ਆ ਜਿੱਥੇ, ਹੁਣ ਨੇੜੇ ਨੇੜੇ ਪਿੰਡ ਸੀ ਗਿੱਲ ਵਾਲੀ, ਤੁੰਗ ਤੇ ਆਪਣੇ ਦੇ ਸੁਲਤਾਨਵਿੰਡ। ਸੁਲਤਾਨਵਿੰਡ ਦੀ ਪੱਛਮ ਦਿਸ਼ਾ ਦੇ ਵੱਲ ਸੋਹਣੀ ਜਗ੍ਹਾ ਤੁਸੀਂ ਵੇਖਣਾ ਕਰੋ। ਤਾਹਾਂ ਜਾਏ ਕਰ ਗ੍ਰਾਮ ਬਸਾਵੋ, ਸੁੰਦਰ ਆਪਣੇ ਸਦਨ ਬਣਾਵੋ। ਤੇ ਤੁਸੀਂ ਹੁਣ ਪੱਛਮ ਦਿਸ਼ਾ ਦੇ ਵਿੱਚ ਸੁਲਤਾਨਵਿੰਡ ਤੋਂ ਸੋਹਣਾ ਪਿੰਡ ਵਸਾ ਲਵੋ ਤੇ ਉੱਥੇ ਆਪਣਾ ਰਹਿਣ ਦੇ ਲਈ ਸੁੰਦਰ ਮਕਾਨ ਤਿਆਰ ਕਰੋ। ਜੇਤਕ ਦਰਬ ਲੱਗ ਹੈ ਤਿਸ ਥਾਨ, ਸੋ ਸਭ ਲਿਹੋ ਬ੍ਰਿਧ ਤੇ ਪਾਨ। ਤੇ ਇਸ ਕਾਰਜ ਦੇ ਲਈ ਜਿੰਨੀ ਤੁਹਾਨੂੰ ਮਾਇਆ ਦੀ ਲੋੜ ਹੈ, ਧਨ ਦੀ ਲੋੜ ਹੈ, ਉਹ ਤੁਸੀਂ ਬਾਬਾ ਬੁੱਢਾ ਜੀ ਦੇ ਕੋਲ ਲੈ ਲੈਣਾ। ਕਿਉਂਕਿ ਬਾਬਾ ਬੁੱਢਾ ਜੀ ਦੇ ਕੋਲੇ ਜਿੱਥੇ ਸੰਗਤ ਦੀ ਕਾਰ ਭੇਟਾ ਦੀ ਮਾਇਆ ਦਸਵੰਧ ਦੀ ਆਉਂਦੀ ਸੀ, ਉਥੇ ਨਾਲ ਹੀ ਇਹ ਪੱਟੀ ਪਰਗਣੇ ਦੇ ਜਿਹੜੇ ਪਿੰਡਾਂ ਦੀ ਆਮਦਨ ਸੀ ਨਾ, ਇਹ ਸਾਰੀ ਦੀ ਸਾਰੀ ਬਾਬਾ ਬੁੱਢਾ ਜੀ ਦੇ ਕੋਲ ਹੋਇਆ ਕਰਦੀ ਸੀ। ਇਸ ਲਈ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਨੂੰ ਇਹ ਹੁਕਮ ਕਰਨਾ ਕੀਤਾ। ਜਬ ਹੈ ਸਦਨ ਤਹ ਲਿਹੋ ਚਿਨਾਏ, ਇਸ ਤੇ ਪੂਰਬ ਦੇਸ਼ ਪੁਨ ਜਾਏ। ਜਦੋਂ ਤੁਸੀਂ ਆਪਣੇ ਰਹਿਣ ਦੇ ਲਈ ਸੋਹਣੇ ਘਰ ਬਣਾ ਲਏ, ਫਿਰ ਤੁਸੀਂ ਉਸੇ ਹੀ ਜਗ੍ਹਾ ਤੇ ਪੂਰਬ ਦਿਸ਼ਾ ਦੇ ਵੱਲ ਅੱਗੇ ਜਾਣਾ ਹੈ। ਤਾਹਾਂ ਬੈਠ ਤੀਰਥ ਖਨਵਾਵੋ, ਚਾਰੋਂ ਦੇਸ਼ ਦੇ ਭਲੋ ਬਣਾਵੋ। ਤੇ ਫਿਰ ਤੁਸੀਂ ਪੂਰਬ ਦਿਸ਼ਾ ਦੇ ਵੱਲ ਅੱਗੇ ਜਾ ਕੇ ਸੁੰਦਰ ਸਰੋਵਰ ਬਣਵਾਉਣਾ ਹੈ ਤੇ ਉਹਦੀਆਂ ਚਾਰੇ ਬਾਹੀਆਂ ਨੂੰ ਹੁਣ ਸੋਹਣਾ ਤਿਆਰ ਕਰਨਾ ਹੈ। ਬਹੁਰ ਤੁਮਾਰੀ ਸੰਤਤ ਜੇਤੀ, ਤਿਸ ਕੋ ਕਰਹਿ ਬਨਾਵਨ ਤੇਤੀ। ਤੇ ਜਿੰਨੀ ਫਿਰ ਅੱਗੇ ਤੁਹਾਡੀ ਸੰਤਾਨ ਹੋਵੇਗੀ, ਉਹ ਲੋੜ ਮੁਤਾਬਕ ਆਪਣੇ ਹੋਰ ਮਕਾਨ ਉੱਥੇ ਬਣਾ ਲਵੇਗੀ। ਹੋਰ ਉੱਥੇ ਰਹਿਣ ਦੇ ਲਈ ਜਿੰਨਾ ਕੋਈ ਲੋੜਿੰਦਾ ਹੁਣ ਟਿਕਾਣਾ ਹੋਵੇਗਾ, ਉਹਦੀ ਸਿਰਜਣਾ ਕਰ ਲਈ ਜਾਵੇਗੀ। ਦਿਨ ਪ੍ਰਤਪੁਰ ਵਿਸਾਲ ਬਨ ਜਹੈ, ਚਹੁ ਦੇਸ਼ ਕੇ ਨਰ ਆਨ ਬਸਹਿ। ਤੇ ਦਿਨ ਪ੍ਰਤੀ ਦਿਨ ਉਹ ਨਗਰ ਬਹੁਤ ਫਿਰ ਵੱਡਾ ਵਿਸ਼ਾਲ ਹੋ ਜਾਏਗਾ, ਚੌਂ ਪਾਸਿਆਂ ਦੇ ਲੋਕ ਉੱਥੇ ਆ ਕੇ ਵਸਣਗੇ। ਏਮ ਸਗਰੀ ਵਿਦ ਕਹਿ ਸਮਝਾਈ, ਆਪਰ ਸਰਬ ਤਿਆਰੀ ਕਰਵਾਈ। ਇਉਂ ਗੁਰੂ ਅਮਰਦਾਸ ਮਹਾਰਾਜ ਹੁਣ ਆਪਣਾ ਸੱਚਖੰਡ ਜਾਣ ਦਾ ਸਮਾਂ ਨੇੜੇ ਜਾਣਦੇ ਹੋਏ ਇਹ ਸਾਰੇ ਹੁਕਮ ਕਰਦੇ ਆ ਗੁਰੂ ਰਾਮਦਾਸ ਜੀ ਨੂੰ। ਤੇ ਸਾਰੀ ਗੱਲ ਜਦੋਂ ਸਮਝਾ ਦਿੱਤੀ ਤੇ ਗੁਰੂ ਅਮਰਦਾਸ ਜੀ ਤੋਂ ਸਮਝ ਲਈ ਗੱਲ ਗੁਰੂ ਰਾਮਦਾਸ ਜੀ ਨੇ, ਤੇ ਤਿਆਰਾ ਸਤਿਗੁਰੂ ਦੇਵ ਕਰਦੇ ਹੈ। ਪਾਰੋ ਕੀ ਸ਼ੁਭ ਬੜਵਾ ਜੋਏ, ਏਤ ਅਰੂਟਨ ਦੀਨੀ ਸੋਏ। ਜੋ ਭਾਈ ਪਾਰੋ ਜੀ ਨੇ ਸ਼੍ਰੇਸ਼ਟ ਘੋੜੀ ਚੜਨ ਦੇ ਲਈ ਗੁਰੂ ਅਮਰਦਾਸ ਜੀ ਨੂੰ ਭੇਟ ਕੀਤੀ ਸੀ। ਕਹਿਓ ਤੁਰੰਗਨ ਆਚਰਜ ਏਹੀ, ਆਪਰ ਨਹੀਂ ਕਿਸ ਚੜਬੈ ਦੇਹੀ। ਤੇ ਸਤਿਗੁਰੂ ਜੀ ਨੇ ਕਿਹਾ ਗੁਰੂ ਰਾਮਦਾਸ ਜੀ ਨੂੰ ਕਿ ਇਹ ਬੜੀ ਹੁਣ ਘੋੜੀ ਜਿਹੜੀ ਚੰਚਲ ਹੈ, ਤੇ ਕਿਸੇ ਨੂੰ ਆਪਣੇ ਪੁਰ ਸਵਾਰੀ ਨਹੀਂ ਕਰਨ ਦਿੰਦੀ। ਹਮ ਕੈ ਤੁਮ ਹੋਵਹੁ ਅਸਵਾਰੋ, ਚੜਿਓ ਪ੍ਰਥਮ ਕੈ ਭਾਈ ਪਾਰੋ। ਹਾਂ, ਇਹਦੇ ਪੁਰ ਹੁਣ ਭਾਈ ਜੇਠਾ ਜੀ ਜਾਂ ਤਾਂ ਤੁਸੀਂ ਸਵਾਰੀ ਕਰ ਸਕਦੇ ਹੋ ਜਾਂ ਅਸੀਂ ਕਰ ਸਕਦੇ ਹਾਂ, ਜਾਂ ਆਪਣੇ ਤੋਂ ਪਹਿਲਾਂ ਭਾਈ ਪਾਰੋ ਜੁਲਕਾ ਜੀ ਇਹ ਘੋੜੀ ਤੇ ਹੁਣ ਸੈਰ ਕਰਦੇ ਰਹੇ ਹੈ, ਇਹਦੇ ਤਾਈਂ ਉਹ ਯਾਤਰਾ ਕਰਦੇ ਰਹੇ ਹੈ। ਨੀਕੇ ਰਾਖੋ ਸੇਵ ਕਰਾਵੋ, ਬ੍ਰਿਧ ਸੁਮਤ ਕੋ ਸੰਗ ਮਿਲਾਵੋ। ਇਸ ਕਰਕੇ ਹੁਣ ਤੁਸੀਂ ਚੰਗੀ ਤਰ੍ਹਾਂ ਇਹਦੀ ਸੰਭਾਈ ਕਰਿਓ, ਇਹਦੀ ਸੇਵਾ ਰੱਖਿਓ, ਤੇ ਬਾਬਾ ਬੁੱਢਾ ਜੀ ਨੂੰ ਤੁਸੀਂ ਫਿਰ ਆਪਣੇ ਨਾਲ ਹੀ ਪ੍ਰੇਰ ਕੇ ਸੇਵਾ ਦੇ ਕਾਰਜ ਵਿੱਚ ਉਹਨਾਂ ਦੀ ਸਲਾਹ ਲੈਂਦੇ ਰਹਿਣਾ। ਏਮ ਕਹਿ ਕਰੇ ਵਿਸਰਜਨ ਸੋਏ, ਕੇਤਕ ਸੰਗ ਕਰੇ ਸਿਖ ਜੋਏ। ਇਉਂ ਆ ਕੇ ਗੁਰੂ ਰਾਮਦਾਸ ਜੀ ਨੂੰ ਵਿਦਾ ਕਰਤਾ ਗੁਰੂ ਅਮਰਦਾਸ ਜੀ ਨੇ, ਤੇ ਕਈ ਸਾਰੇ ਸਿੱਖ ਸੇਵਕ ਵੀ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਨਾਲ ਹੀ ਨਾ ਇੱਧਰ ਆ ਜਾਂਦੇ ਹੈ। ਸਨੇ ਸਨੇ ਕਹਿ ਚੱਲ ਕਰ ਆਏ, ਜੋ ਥਲ ਸ੍ਰੀ ਗੁਰ ਅਮਰ ਬਤਾਏ। ਤੇ ਹੌਲੀ ਹੌਲੀ ਚੱਲ ਕੇ ਗੋਬਿੰਦਵਾਲ ਸਾਹਿਬ ਤੋਂ ਹੁਣ ਸੁਲਤਾਨਵਿੰਡ, ਗਿਲਵਾਲੀ ਤੇ ਤੁੰਗ ਪਿੰਡ ਦੇ ਵਿਚਕਾਰ ਆ ਜਾਂਦੇ ਆ।
ਜਿਹੜੀ ਜਗ੍ਹਾ ਗੁਰੂ ਰਾਮਦਾਸ ਜੀ ਨੇ ਆਪਣੇ ਤਾਈਂ ਪੁੱਛੀ ਸੀ ਨਾ ਵੀ ਕਿੱਥੇ ਕਰਕੇ ਨਗਰ ਆਬਾਦ ਕੀਤਾ ਜੀ, ਉਸ ਜਗ੍ਹਾ ਤੇ ਆ ਜਾਂਦੇ। ਤਿੰਨ ਪਿੰਡਾਂ ਦਾ ਵਿਚਕਾਰਲਾ ਹਿੱਸਾ ਸੀ ਜਿੱਥੇ, ਤੇ ਉੱਥੇ ਆ ਕੇ ਗੁਰੂ ਰਾਮਦਾਸ ਮਹਾਰਾਜ ਚੌਂ ਪਾਸੇ ਵੇਖਦੇ ਹੈ। ਸਭ ਗ੍ਰਾਮਨ ਕੀ ਸੀਮਨ ਛੋਰ, ਫਿਰਤ ਹੈ ਕਾਰ ਕਰੀ ਚਹ ਹੋਰ। ਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਇਹਨਾਂ ਸਾਰੇ ਪਿੰਡਾਂ ਦੀ ਹੱਦ ਛੱਡ ਕੇ ਨਾ, ਫਿਰਨੀ ਦੀ ਜਗ੍ਹਾ ਛੱਡ ਕੇ ਚੌਂ ਪਾਸਿਆਂ ਤੋਂ ਫਿਰ ਵਿਚਕਾਰ ਵਿਉਂਤ ਬਣਾਉਂਦੇ ਆ ਨਗਰ ਆਬਾਦ ਕਰਨ ਦੀ। ਜਿਮ ਜਿਮ ਬੁੱਢਾ ਪਿਉਂਤ ਬਤਾਵਹਿ, ਤਿਮ ਸ਼੍ਰੀ ਰਾਮਦਾਸ ਕਰਵਾਵਹਿ। ਤੇ ਜਿਵੇਂ ਜਿਵੇਂ ਬਾਬਾ ਬੁੱਢਾ ਜੀ ਸਲਾਹ ਦਿੰਦੇ ਆ ਨਾ ਗੁਰੂ ਰਾਮਦਾਸ ਜੀ ਨੂੰ, ਤੇ ਉਵੇਂ ਉਵੇਂ ਕਾਰਜ ਇੱਥੇ ਫਿਰ ਨਗਰ ਦੇ ਮਕਾਨ ਬਣਾਉਣ ਦਾ, ਨਗਰ ਨੂੰ ਆਬਾਦ ਕਰਨ ਦਾ ਗੁਰੂ ਰਾਮਦਾਸ ਮਹਾਰਾਜ ਕਰਵਾਉਂਦੇ ਹੈ। ਪ੍ਰਥਮ ਮੰਗਾਇਓ ਬਹੁ ਮਿਸ਼ਟਾਨ, ਗੁਰ ਆਗੇ ਅਰਦਾਸ ਬਖਾਨ। ਅਤੇ ਸਤਿਗੁਰੂ ਦੇਵ ਜੀ ਨੇ ਨਗਰ ਦੇ ਹੁਣ ਟੱਕ ਨੂੰ ਲਾਉਣ ਤੋਂ ਪਹਿਲਾਂ ਮਠਿਆਈ ਮੰਗਵਾਈ ਹੈ, ਤੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਇਉਂ ਅਰਦਾਸ ਕਰਨਾ ਕੀਤੀ ਹੈ। ਵੀਰ ਸੈਂਕੜੇ ਲੋਕਨ ਹੋਈ, ਕਰਿਓ ਬ੍ਰਤਾਵਨ ਸਭ ਮੈਂ ਸੋਈ। ਤੇ ਬੇਅੰਤ ਸਿੱਖ ਸੇਵਕ ਨਾਲ ਆਏ ਸੀ, ਤੇ ਹੋਰ ਵੀ ਸੰਗਤ ਉੱਥੇ ਇਰਦ ਗਿਰਦ ਇਕੱਠੀ ਹੋ ਜਾਂਦੀ ਹੈ। ਅਰਦਾਸ ਕਰਕੇ ਇਹ ਸਾਰੀ ਮਠਿਆਈ ਸੰਗਤ ਵਿੱਚ ਵੰਡ ਦਿੱਤੀ ਗਈ। ਗਾਟੋ ਮੋੜਾ ਗਾਡ ਖਰਿਓ ਹੈ, ਨਾਮ ਗੁਰੂ ਕੋ ਚੱਕ ਧਰਿਓ ਹੈ। ਆਨ ਦੇ ਨਿਸ਼ਾਨ ਲਈ ਇੱਕ ਹੁਣ ਮਜ਼ਦੂਰ ਨੇ ਮੋੜਾ ਗੱਡ ਦਿੱਤਾ, ਆਪ ਨਗਰ ਦੀ ਮੋੜੀ ਗੱਡ ਦਿੱਤੀ। ਇਸ ਨਗਰ ਦਾ ਨਾਮ ਗੁਰੂ ਕੋ ਚੱਕ ਧਰਿਓ ਹੈ। ਗੁਰੂ ਚੱਕ ਇਸ ਨਵੇਂ ਨਗਰ ਦਾ ਨਾਮ ਰੱਖ ਦਿੱਤਾ ਹੈ। ਇੰਟ ਕੇਤਕ ਤਹਾ ਪਕਾਏ, ਸਦਨ ਚਿਨਾਵਨ ਕੀਨ ਬਣਾਏ। ਫਿਰ ਇੱਥੇ ਇੱਟਾਂ ਪਕਾਉਣ ਦੇ ਲਈ ਕਈ ਸਾਰੇ ਆਵੇ ਲਾ ਦਿੱਤੇ ਗਏ। ਇੱਟਾਂ ਪੱਕ ਗਈਆਂ, ਪੱਕੀਆਂ ਇੱਟਾਂ ਦੇ ਫਿਰ ਮਕਾਨ ਸੋਹਣੇ ਬਣਨ ਦਾ ਕਾਰਜ ਆਰੰਭ ਕਰ ਦਿੱਤਾ ਗਿਆ। ਉਨ ਸ਼੍ਰੀ ਅਮਰਦਾਸ ਜਿਮ ਕਹਿਓ, ਸੋ ਸਿਮਰਤ ਸਰ ਸਿਰਜਨ ਚਹਿਓ। ਫਿਰ ਜਿਵੇਂ ਜਿਵੇਂ ਗੁਰੂ ਅਮਰਦਾਸ ਜੀ ਨੇ ਫਰਮਾਨ ਕੀਤਾ ਸੀ, ਹੁਕਮ ਕੀਤਾ ਸੀ, ਉਸੇ ਵਿਉਂਤ ਨੂੰ ਫਿਰ ਯਾਦ ਕਰਦੇ ਹੋਏ ਮਕਾਨ ਤਿਆਰ ਕੀਤੇ, ਤੇ ਫਿਰ ਸਰੋਵਰ ਦੇ ਨਿਰਮਾਣ ਦਾ ਕਾਰਜ ਆਰੰਭ ਕੀਤਾ। ਲੈ ਬ੍ਰਿਧ ਸੰਗ ਆਪ ਚੱਲ ਗਏ, ਪੂਰਬ ਦਿਸ਼ਾ ਗ੍ਰਾਮ ਤੇ ਆਏ। ਜਦੋਂ ਕਈ ਦਿਨਾਂ ਤੋਂ ਬਾਅਦ ਮਕਾਨ ਤਿਆਰ ਹੋ ਗਏ ਨਾ, ਤੇ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਗੁਰੂ ਰਾਮਦਾਸ ਜੀ ਪੂਰਬ ਦਿਸ਼ਾ ਵੱਲ ਜਾਂਦੇ ਹਨ। ਇਤ ਉਤ ਵਿਚਰਤ ਥਲ ਕੋ ਹੀਰੇ, ਸ਼੍ਰੀ ਗੁਰ ਅਮਰ ਬਾਕ ਕੇ ਪ੍ਰੇਰੇ। ਆ ਸੱਜੇ ਖੱਬੇ ਇੱਧਰ ਉੱਧਰ ਵੇਖਦੇ ਆ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਉਹ ਨਿਸ਼ਾਨੀਆਂ, ਜਿੱਥੇ ਕਰਕੇ ਸਤਿਗੁਰੂ ਜੀ ਨੇ ਸਰੋਵਰ ਦੇ ਨਿਰਮਾਣ ਦਾ ਹੁਕਮ ਕੀਤਾ ਸੀ। ਜਿਸ ਪ੍ਰਕਾਰ ਕੇ ਪਤੇ ਬਤਾਏ, ਖੋਜਤ ਫਿਰਤ ਸਰਬ ਹੀ ਥਾਏ। ਆ ਜਿਹੋ ਜਿਹੇ ਬਚਨ ਸਤਿਗੁਰੂ ਜੀ ਨੇ ਜਿਹੋ ਜਿਹੀਆਂ ਨਿਸ਼ਾਨੀਆਂ ਦੱਸੀਆਂ ਸੀ ਨਾ, ਉਹ ਸਾਰੀ ਜਗ੍ਹਾ ਦੀ ਢੂੰਡ ਪੜਤਾਲ ਕਰਦੇ ਹੈ ਸੋਢੀ ਸੁਲਤਾਨ। ਪੁਨ ਉਤਰ ਦਿਸ਼ ਮੁਖ ਕਰ ਚੱਲੇ, ਬਦਰੀ ਆਦ ਬ੍ਰਿੰਦ ਤਰ ਖਲੇ। ਇਹ ਸਤਿਗੁਰ ਦੇ ਉੱਤਰ ਦਿਸ਼ਾ ਵੱਲ ਮੁਖ ਕਰਕੇ ਤੁਰਦੇ ਆ, ਜਿੱਥੇ ਬਹੁਤੇ ਬੇਰੀਆਂ ਦੇ ਬਿਰਛਾਂ ਦਾ ਝੁੰਡ ਵੇਖਿਆ। ਸਨੇ ਸਨੇ ਥਲ ਦੇਖਤ ਜਾਵਹਿ, ਅਬਲਾਖਤ ਸੋ ਪਤੇ ਜੇ ਪਾਵੈ। ਤੇ ਹੌਲੀ ਹੌਲੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਉਹ ਨਿਸ਼ਾਨੀਆਂ ਵੇਖ ਰਹੇ ਸੀ, ਜਿੱਥੇ ਕਰਕੇ ਗੁਰੂ ਅਮਰਦਾਸ ਜੀ ਨੇ ਇਸ਼ਾਰਾ ਕੀਤਾ ਸੀ ਸਰੋਵਰ ਦੇ ਨਿਰਮਾਣ ਦਾ। ਹੁਣ ਗੁਰੂ ਨਵਾਜ ਦੀ ਇੱਛਾ ਸੀ ਕਿ ਜਿੱਥੇ ਕਰਕੇ ਸਤਿਗੁਰੂ ਜੀ ਨੇ ਹੁਕਮ ਕੀਤਾ ਨਾ, ਵੀ ਠੀਕ ਉਸੇ ਥਾਂ ਤੇ ਹੀ ਸਰੋਵਰ ਦਾ ਨਿਰਮਾਣ ਕੀਤਾ ਜਾਵੇ। ਬ੍ਰਿਛ ਸਿੰਸ ਪਾ ਜਬਹਿ ਨਿਹਾਰਾ, ਲਖਿਓ ਪਤਾ ਜੋ ਗੁਰੂ ਉਚਾਰਾ। ਅੱਗੇ ਜਦੋਂ ਵੇਖਦੇ ਵੇਖਦੇ ਇੱਕ ਟਾਹਲੀ ਦਾ ਰੁੱਖ ਵੇਖਿਆ, ਤੇ ਠੀਕ ਇਹ ਜਗ੍ਹਾ ਦਾ ਨਿਸ਼ਾਨ ਮਿਲ ਗਿਆ। ਤੇ ਗੁਰੂ ਜੀ ਨੇ ਫਿਰ ਬੇਰੀਆਂ ਤੋਂ ਅੱਗੇ ਜਦੋਂ ਟਾਹਲੀ ਦਾ ਰੁੱਖ ਵੇਖਿਆ ਨਾ, ਤੇ ਸਤਿਗੁਰੂ ਜੀ ਨੇ ਸਮਝਿਆ ਵੀ ਇਹ ਉਹੀ ਥਾਂ ਹੈ ਜਿਹਦੇ ਬਾਰੇ ਸਾਨੂੰ ਗੁਰੂ ਅਮਰਦਾਸ ਜੀ ਨੇ ਹੁਕਮ ਕੀਤਾ ਸੀ। ਤਿਸ ਕੇ ਤਰੇ ਬਿਰਾਜੇ ਜਾਏ, ਤਿਸ ਆਗੈ ਸਰ ਕੋ ਬਿਖ ਥਾਏ। ਉਹ ਬ੍ਰਿਛ ਦੇ ਹੇਠਾਂ ਜਾ ਕੇ ਵਿਰਾਜਮਾਨ ਹੋਏ ਟਾਹਲੀ ਦੇ ਗਰੀਬ ਨਵਾਜ ਗੁਰੂ ਰਾਮਦਾਸ ਜੀ।
ਪਰ ਅੱਗੇ ਫਿਰ ਸਰੋਵਰ ਵਾਲੀ ਜਗ੍ਹਾ ਵੇਖਣਾ ਕੀਤੀ। ਬ੍ਰਿਤ ਕੋ ਸੰਮਤ ਹੋਏ ਥਲ ਜੋਵਾ, ਪਾਵਨ ਪਰਮ ਪ੍ਰਥਮ ਜੋਵਾ। ਫਿਰ ਬਾਬਾ ਬੁੱਢਾ ਜੀ ਦੀ ਫਿਰ ਵਿਚਾਰ ਲੈ ਕੇ ਨਾ ਗੁਰੂ ਰਾਮਦਾਸ ਜੀ ਨੇ ਪਾਵਨ ਪਰਮ ਪ੍ਰਥਮ ਜੋ ਹੋਵਾ, ਜਿਹੜੀ ਪਹਿਲਾਂ ਹੀ ਜਗ੍ਹਾ ਹੁਣ ਬੜੀ ਪਵਿੱਤਰ ਸੀ, ਤੇ ਉਸ ਥਾਂ ਨੂੰ ਚੌਂ ਪਾਸਿਆਂ ਤੋਂ ਇਉਂ ਵੇਖਿਆ ਜਾਂਦਾ ਹੈ। ਜਹੋ ਔਰ ਤੇ ਫਿਰ ਕਰ ਹੀਰਾ, ਸਰਬ ਪ੍ਰਕਾਰ ਲਖੀ ਤਿਸ ਬੇਰਾ। ਉਹ ਥਾਂ ਨੂੰ ਚੌਂ ਪਾਸਿਆਂ ਤੋਂ ਵੇਖਿਆ ਤੁਰ ਫਿਰ ਕੇ, ਤੇ ਫਿਰ ਉਹ ਜਗ੍ਹਾ ਤੇ ਸਤਿਗੁਰ ਦੇਵ ਜੀ ਇਉਂ ਫਿਰ ਸਰੋਵਰ ਦੇ ਟੱਕ ਲਾਉਣ ਦੀ ਵਿਚਾਰ ਪ੍ਰਗਟਾਉਂਦੇ ਹੈ। ਗਲਪਤ ਕਰਤੇ ਰੇ ਤਾਂ ਬਹੁ ਕੋਨਾ, ਬ੍ਰਿਧ ਕੋ ਦਿਖ ਰਾਏ ਇਸ ਥਲ ਤੋਨਾ। ਤੇ ਸਤਿਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਸਤਿਗੁਰੂ ਜੀ ਨੇ ਚੌਂ ਨੁਕਰਾਂ ਵਾਲਾ ਹੁਣ ਸਾਨੂੰ ਸਰੋਵਰ ਬਣਾਉਣ ਦੀ ਹਦਾਇਤ ਕੀਤੀ ਹੈ, ਤੇ ਆ ਦੇਖੋ ਨਾ ਇੱਥੇ ਇਉਂ ਚੌਂ ਪਾਸਿਆਂ ਤੋਂ ਵਧੀਆ ਨੁਕਰਾਂ ਬਣ ਸਕਦੀਆਂ। ਇਹ ਜਗ੍ਹਾ ਕਿੰਨੀ ਉਹ ਦੂਰ ਤੱਕ ਵਿਹਲੀ ਪਈ ਹੈ ਤੇ ਬੜੀ ਸ਼ੁਭ ਜਗ੍ਹਾ ਹੈ, ਬੜਾ ਸੁੰਦਰ ਇਹ ਟਿਕਾਣਾ ਰਮਣੀਕ ਹੈ। ਇਸ ਦਿਨ ਨਿਸ਼ਚੈ ਕਰ ਵਿਦ ਨੀਕੇ, ਪਰਖੇ ਪਤੇ ਕਹੇ ਗੁਰ ਹੀ ਕੇ। ਇਉਂ ਫਿਰ ਉਸ ਦਿਨ ਸਾਰੇ ਉਸ ਜਗ੍ਹਾ ਦੀ ਫਿਰ ਪੜਤਾਲ ਕੀਤੀ, ਤਸੱਲੀ ਕਰਕੇ ਨਾ ਜਿਹੜੇ ਪਤੇ ਗੁਰੂ ਰਾਮਦਾਸ ਜੀ ਨੂੰ ਦੱਸੇ ਸੀ ਗੁਰੂ ਅਮਰਦਾਸ ਜੀ ਨੇ। ਇਸ ਮਹਿ ਜਾਏ ਕਰਿਓ ਬਿਸਰਾਮ, ਬਸਨੇ ਹੇਤ ਬਨੇ ਜਹ ਧਾਮਾ। ਫਿਰ ਸਤਿਗੁਰ ਦੇਵ ਜੀ ਨੇ ਸੰਧਿਆ ਸਮਾਂ ਜਾਣ ਕੇ ਨਾ ਫਿਰ ਆਪਣੇ ਉਸ ਟਿਕਾਣੇ ਤੇ ਆ ਕੇ ਵਿਸ਼ਰਾਮ ਕੀਤਾ ਰਾਤ ਵੇਲੇ ਦਾ, ਜਿੱਥੇ ਸਤਿਗੁਰੂ ਦੇਵ ਜੀ ਨੇ ਚੱਕ ਗੁਰੂ ਕੇ ਵਿਖੇ ਆਪਣੇ ਸੁੰਦਰ ਹੁਣ ਰਹਿਣ ਬਸੇਰੇ ਤਿਆਰ ਕਰ ਲਏ ਸੀ। ਜਾਮ ਜਾਮਨੀ ਜਾਗਰਤ ਭਏ, ਸੋਚ ਇਸ਼ਨਾਨ ਆਦ ਸਭ ਕਏ। ਅੰਮ੍ਰਿਤ ਵੇਲੇ ਪਹਿ ਰਾਤ ਰਹਿੰਦੀ ਸਤਿਗੁਰ ਦੇਵ ਜਾਗੇ ਹੈ, ਵਾਹਿਗੁਰੂ ਜੀ ਦੇ ਆਪਣੇ ਤਾਂ ਹੀ ਚਰਨਾਂ ਦਾ ਧਿਆਨ ਕੀਤਾ, ਇਸ਼ਨਾਨ ਆਦਿ ਕਰ ਤਿਆਰ ਹੁੰਦੇ ਹੈ। ਭਏ ਪ੍ਰਕਾਸ਼ ਮਿਟਿਓ ਅੰਧਕਾਰਾ, ਸਰ ਕਾਰਜ ਕੋ ਤਬਹਿ ਵਿਚਾਰਾ। ਆ ਜਦੋਂ ਹੁਣ ਸਵੇਰ ਹੋਇਆ, ਹਨੇਰਾ ਸਮਾਪਤ ਹੋਇਆ, ਦਿਨ ਚੜ ਗਿਆ, ਤੇ ਸਰੋਵਰ ਦੇ ਕਾਰਜ ਦੀ ਤਿਆਰੀ ਸਤਿਗੁਰੂ ਦੇਵ ਜੀ ਨੇ ਕਰਵਾਉਣਾ ਚਾਹੀ। ਬਹੁ ਨਿਸ਼ਟਾਨ ਅਨਾਵਨ ਕੀਨਾ, ਸਿੱਖਿਅਨ ਤੇ ਉਚ ਵਾਏ ਸੁਲੀਨਾ। ਬਹੁਤ ਸਾਰਾ ਸਤਿਗੁਰੂ ਦੇਵ ਜੀ ਨੇ ਮਿੱਠਾ ਹੁਣ ਮੰਗਵਾਉਣਾ ਕੀਤਾ, ਕਿਉਂਕਿ ਸਰੋਵਰ ਦਾ ਜੋ ਕਾਰਜ ਆਰੰਭ ਕਰਨਾ ਸੀ। ਬ੍ਰਿਤ ਮਜੂਰ ਜੋ ਹੋਤੇ ਅਗਾਰੇ, ਤਿੰਨ ਜੁਤ ਆਪਰ ਸਮੂਹ ਹਕਾਰੇ। ਸਾਰੇ ਸਿੱਖ ਸੇਵਕ ਜਿਹੜੇ ਉਥੇ ਕਾਰ ਸੇਵਾ ਦੇ ਵਿੱਚ ਲੱਗਦੇ ਸੀ, ਮਜ਼ਦੂਰੀ ਕਰਦੇ ਸੀ, ਉਹਨਾਂ ਸਾਰਿਆਂ ਨੂੰ ਬੁਲਾਇਆ ਗਿਆ ਹੈ। ਮਹਾ ਟੋਲ ਕਰ ਸੰਗ ਸੁਧਾਰੇ, ਮੰਗਲ ਕੀਨਸ ਅਨਕ ਪ੍ਰਕਾਰੇ। ਸਾਰੇ ਸਿੱਖ ਸੇਵਕਾਂ ਨੂੰ ਸਤਿਗੁਰੂ ਦੇਵ ਜੀ ਨੇ ਨਾਲ ਲੈ ਕੇ ਬੜੇ ਖੁਸ਼ੀ ਦੇ ਹੁਣ ਮੰਗਲ ਗਾਏ, ਬੜਾ ਭਾਰੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਗਏ ਸੈਂਸ ਪਾਤਰਕ ਤਰੇ, ਤਾਂ ਜਾਏ ਸਗਰੀ ਵਿਦ ਕਰੇ। ਤੇ ਸਤਿਗੁਰ ਦੇਵ ਫਿਰ ਉਹ ਟਾਹਲੀ ਦੇ ਬ੍ਰਿਛ ਕੋਲ ਜਾਂਦੇ ਆ, ਤੇ ਸਾਰੀ ਫਿਰ ਗੁਰੂ ਚਰਨਾਂ ਦੇ ਵਿੱਚ ਇਉਂ ਸਮੱਗਰੀ ਰੱਖ ਕੇ ਮਠਿਆਈ ਤਿਆਦਕ ਸਰੋਵਰ ਦੀ ਕਾਰ ਸੇਵਾ ਦਾ ਟੱਪ ਲਾਉਣ ਦਾ ਬੇਨਤਾ ਕਰਦੇ ਹੈ। ਨਾਮ ਲੀਨ ਤਿਨਹੂ ਗੁਰ ਕੇਰਾ, ਕਰ ਅਰਦਾਸ ਖਰੇ ਤਿਸ ਬੇਰਾ। ਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ, ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਅੰਗਦ ਦੇਵ ਮਹਾਰਾਜ, ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਬੇਨਤਾ ਕਰਦੇ ਆ ਸਰੋਵਰ ਦੇ ਨਵ ਨਿਰਮਾਣ ਦੇ ਕਾਰਜ ਦੀ ਸਫਲਤਾ ਲਈ। ਟਕ ਲਾਇਓ ਸਿਰਜਨ ਕਹੋ ਤਾਲ, ਚਿਤ ਵਿਓ ਉਰੇ ਉਪਕਾਰ ਵਿਸਾਲ। ਸਰੋਵਰ ਬਣਾਉਣ ਵਾਸਤੇ ਟੱਕ ਲਾ ਦਿੱਤਾ ਗਿਆ ਮਨ ਵਿੱਚ। ਇਹ ਸਤਿਗੁਰੂ ਦੇਵ ਜੀ ਨੇ ਮਹਾਨ ਜੋ ਸੇਵਕਾਂ ਦੇ ਪੁਰ ਕਾਰਜ ਜਿਹੜਾ ਕਰਨਾ ਕੀਤਾ ਉਪਕਾਰ ਦਾ ਸੀ। ਹੁਣ ਉਪਕਾਰ ਕਰਨ ਦੇ ਲਈ ਸਤਿਗੁਰੂ ਦੇਵ ਜੀ ਇੱਥੇ ਗੁਰੂ ਕੇ ਚੱਕ ਨਗਰ ਵਿੱਚ ਪਹਿਲਾ ਸਰੋਵਰ ਇਉਂ ਫਿਰ ਆਰੰਭ ਬਣਵਾਉਣਾ ਕਰਦੇ ਹੈ। ਲੱਗੇ ਮਜੂਰ ਖਨਨ ਸਮੁਦਾਏ, ਸਿਰ ਧਰ ਮ੍ਰਿਤਕਾ ਵਹਿਰ ਗਿਰਾਏ। ਤੇ ਸਾਰੇ ਸਿੱਖ ਸੇਵਕ ਹੁਣ ਜਦੋਂ ਟੱਪ ਲੱਗ ਜਾਂਦਾ ਹੈ ਤੇ ਮਿੱਟੀ ਪੁੱਟ ਕੇ ਆਪਣੇ ਤਾਂ ਟੋਕਰੀਆਂ ਭਰ ਕੇ ਸਿਰ ਤਾਈਂ ਰੱਖ ਕੇ ਬਾਹਰ ਸੁੱਟਦੇ ਹੈ। ਇੱਕ ਖੋਂਦਾ ਇੱਕ ਮ੍ਰਿਤਕਾ ਭਰੈ,
ਇੱਕ ਉਠਾਏ ਕਰ ਬਾਹਰ ਕਰੈ। ਤੇ ਸੇਵਕ ਵੇਖੋ ਹੁਣ ਕਿਵੇਂ ਸੇਵਾ ਕਰਦੇ ਆ ਸਰੋਵਰ ਦੀ। ਇੱਕ ਸਿੱਖ ਮਿੱਟੀ ਪੁੱਟਦਾ ਕਈ ਦੇ ਨਾਲ, ਦੂਜਾ ਟੋਕਰੀ ਚੁੱਕਦਾ, ਤੀਸਰਾ ਉਹਦੇ ਸਿਰ ਤੇ ਟੋਕਰੀ ਰਖਾ ਬਾਹਰ ਸੁੱਟਦਾ ਹੈ। ਇੱਕ ਆਵਹਿ ਇੱਕ ਲੈ ਲੈ ਜਾਹੇ, ਖਨ ਹੈ ਮਜੂਰ ਸਿੱਖ ਬਹੁ ਮਾਹੇ। ਆਤੇ ਬਹੁਤ ਸਾਰੇ ਸਿੱਖ ਸੇਵਕ ਇਸ ਪ੍ਰਕਾਰ ਸਰੋਵਰ ਦੀ ਪਟਾਈ ਦੀ ਸੇਵਾ ਦੇ ਵਿੱਚ ਕਮਰ ਕਸੇ ਕਰਕੇ ਲੱਗੇ ਹੋਏ ਹਨ। ਇਸ ਵਿਦ ਕਰਿਓ ਆਰੰਭਨ ਤਾਲ, ਬੈਠੈ ਆਪ ਖਨਹਿ ਨਰ ਜਾਲ। ਤੇ ਇਉਂ ਸਤਿਗੁਰ ਦੇਵ ਜੀ ਸਰੋਵਰ ਦੀ ਕਾਰ ਸੇਵਾ ਕਰਵਾ ਰਹੇ ਆ, ਬੈਠੇ ਆ ਸੋਢੀ ਸੁਲਤਾਨ ਤੇ ਸੇਵਕ ਸਾਰੇ ਗੁਰੂ ਜੀ ਦੇ ਹੁਕਮ ਅਨੁਸਾਰ ਸਰੋਵਰ ਦੀ ਖੁਦਾਈ ਦਾ ਕੰਮ ਚੜ੍ਹਦੀ ਕਲਾ ਦੇ ਨਾਲ ਕਰ ਰਹੇ ਹੈ। ਜਹਾਂ ਗ੍ਰਾਮ ਸਿਰਜੋ ਘਰ ਪਾਏ, ਤਹਾਂ ਕਾਰ ਕਰਤੇ ਸਮੁਦਾਏ। ਆਤੇ ਸਤਿਗੁਰ ਦੇਵ ਜੀ ਹੁਣ ਇੱਥੇ ਜਿੱਥੇ ਸਰੋਵਰ ਦਾ ਨਿਰਮਾਣ ਕਰਵਾ ਰਹੇ ਹੈ, ਉਥੇ ਬੇਅੰਤ ਸਿੱਖ ਸੇਵਕ ਦੂਰ ਦਰਾਡਿਆਂ ਤੋਂ ਆ ਕਰਕੇ ਇਸ ਨਵੇਂ ਚੱਕ ਦੇ ਵਿੱਚ ਆਪਣੇ ਰਹਿਣ ਬਸੇਰੇ ਤਿਆਰ ਕਰਦੇ ਹਨ। ਨਿਤ ਪ੍ਰਤ ਸਗਲ ਲੋਕ ਤਿਸ ਥਾਨ, ਕਾਰ ਸੁਧਾਰਤ ਸਫਲ ਸੁਜਾਨ। ਆਤੇ ਬੇਅੰਤ ਸਿੱਖ ਸੇਵਕ ਆ ਕਰਕੇ ਆਪਣੇ ਕਾਰਜਾਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਤੇ ਅਰਦਾਸੇ ਕਰਦੇ ਹਨ। ਕੇਤਕ ਦਿਵਸ ਮਹਿ ਕੇਤਕ ਕਰਿਓ, ਦਰਸ਼ਨ ਕੋ ਪੁਨ ਮਨ ਹਿਤ ਧਰਿਓ। ਆਦੇ ਥੋੜੇ ਜਿਹੇ ਦਿਨਾਂ ਵਿੱਚ ਹੀ ਸਰੋਵਰ ਦਾ ਕਿੰਨਾ ਸਾਰਾ ਕੰਮ ਹੋ ਜਾਂਦਾ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਬੜੇ ਪ੍ਰਸੰਨ ਹੁੰਦੇ ਹੈ ਤੇ ਬੜੇ ਨੇਮੀ ਪ੍ਰੇਮੀ ਜਿਹੜੇ ਸਤਿਗੁਰਾਂ ਦੇ ਦਰਸ਼ਨਾਂ ਨੂੰ ਆਉਂਦੇ ਆ ਨਾ ਇਸ ਨਵੇਂ ਚੱਕ ਵਿੱਚ, ਉਹ ਵੀ ਸੇਵਾ ਦੇ ਕਾਰਜ ਵਿੱਚ ਆਪਣਾ ਯੋਗਦਾਨ ਹਿੱਸਾ ਪਾਉਂਦੇ ਹੈ। ਗੋਇੰਦ ਵਾਲ ਕੀਨ ਪ੍ਰਸਥਾਨਾ, ਜਹ ਸ਼੍ਰੀ ਅਮਰਦਾਸ ਥਿਤ ਥਾਨਾ। ਥੋੜੇ ਦਿਨਾਂ ਬਾਅਦ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਜਾਂਦੇ ਆ ਗੋਬਿੰਦਵਾਲ ਸਾਹਿਬ ਗੁਰੂ ਰਾਮਦਾਸ ਜੀ, ਜਾ ਕੇ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਤੇ ਨਮਸਕਾਰ ਕਰਦੇ ਹੈ। ਕੇਤਕ ਲੋਕ ਬਸਾਏ ਗ੍ਰਾਮ, ਬਸਨ ਲਗੇ ਰਚ ਆਪਣੇ ਧਾਮ। ਤੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਮਹਾਰਾਜ ਵੀ ਆਪ ਜੀ ਦੇ ਹੁਕਮ ਅਨੁਸਾਰ ਜਿੱਥੇ ਨਗਰ ਆਬਾਦ ਕਰ ਦਿੱਤਾ ਗਿਆ ਹੈ ਉੱਥੇ ਕਈ ਸਰੀਰਾਂ ਨੇ ਆ ਕੇ ਆਪਣੇ ਰਹਿਣ ਬਸੇਰੇ ਵੀ ਤਿਆਰ ਕਰ ਲਏ ਹੈ। ਤੇ ਬੇਅੰਤ ਸਾਰੇ ਸਿੱਖ ਸੇਵਕ ਹੁਣ ਆਪ ਜੀ ਦੇ ਉਸ ਜਗ੍ਹਾ ਤੇ ਹੋ ਰਹੇ ਤਿਆਰ ਸਾਰ ਸਰੋਵਰ ਦੇ ਤਾਂ ਹੀ ਸੇਵਾ ਵਿੱਚ ਜੁਟੇ ਹੋਏ ਹਨ। ਤਾਪ ਸ਼੍ਰੀ ਰਾਮਦਾਸ ਚਲ ਗਏ, ਚਰਨ ਕਮਲ ਗੁਰ ਬੰਦਤ ਭਏ। ਆਦੇ ਸਤਿਗੁਰੂ ਦੇਵ ਜੀ ਦੇ ਚਰਨਾਂ ਕਮਲਾਂ ਤੇ ਬੰਦਨਾ ਕਰਕੇ ਬੇਨਤੀ ਕਰਕੇ ਇਹ ਸਾਰੀ ਜਾਣਕਾਰੀ ਬੇਨਤੀ ਸਰੂਪ ਹੋ ਕੇ ਸੋਢੀ ਸੁਲਤਾਨ ਗੁਰੂ ਅਮਰਦਾਸ ਜੀ ਨੂੰ ਕਰਦੇ ਹੈ। ਸਗਰੀ ਕਾਰ ਕਰੀ ਸੋ ਬਤਾਈ, ਸਦਨ ਗ੍ਰਾਮ ਸਿਰਜੇ ਸਮੁਦਾਈ। ਸਾਰਾ ਜਿੰਨਾ ਕੰਮ ਇਸ ਨਗਰ ਵਿੱਚ ਕੀਤਾ ਸੀ ਨਾ ਚੱਕ ਰਾਮਦਾਸਪੁਰ ਵਿੱਚ ਜਾਂ ਗੁਰੂ ਕੇ ਚੱਕ ਵਿੱਚ, ਉਹਦੇ ਬਾਰੇ ਸਾਰੀ ਵਿਚਾਰ ਬੇਨਤੀ ਸਰੂਪ ਸਤਿਗੁਰੂ ਦੇਵ ਜੀ ਨੂੰ ਦੱਸਦੇ ਆ ਗੁਰੂ ਰਾਮਦਾਸ ਜੀ। ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਭਾਈ ਜੇਠਾ ਜੀ ਸਤਿਗੁਰੂ ਗੁਰੂ ਰਾਮਦਾਸ ਜੀ ਦੀ ਇਹ ਸਾਰੀ ਦਰਸਾਈ ਹੋਈ ਗੱਲ ਬੜੇ ਧਿਆਨ ਨਾਲ ਸੁਣਦੇ ਹੈ। ਤਾਲ ਕੁਛਕ ਖਨ ਵਾਵਨ ਕੀਨਾ, ਜਥਾ ਹੁਕਮ ਰਾਵਰ ਨੇ ਦੀਨਾ। ਤੇ ਸਤਿਗੁਰੂ ਜੀ ਨੂੰ ਦੱਸ ਰਹੇ ਆ ਗੁਰੂ ਰਾਮਦਾਸ ਮਹਾਰਾਜ ਜਿਵੇਂ ਆਪ ਜੀ ਨੇ ਹੁਕਮ ਕੀਤਾ ਸੀ, ਆਪ ਜੀ ਦੇ ਹੁਕਮ ਅਨੁਸਾਰ ਕੁਝ ਸਰੋਵਰ ਦਾ ਵੀ ਨਿਰਮਾਣ ਕਾਰਜ ਕਰ ਦਿੱਤਾ ਗਿਆ ਹੈ। ਸੋਣ ਸ਼੍ਰੀ ਅਮਰਦਾਸ ਧਰ ਧਿਆਨਾ, ਭੂਤ ਭਵਿਖਤ ਸਭ ਹੀ ਜਾਨਾ। ਧੰਨ ਗੁਰੂ ਅਮਰਦਾਸ ਮਹਾਰਾਜ ਹੁਣ ਅੰਤਰ ਧਿਆਨ ਹੋ ਨਾ ਸਾਰੀ ਗੱਲ ਜਾਣਦੇ ਆ, ਭੂਤ ਕਾਲ ਲੰਘ ਗਏ ਸਮੇਂ ਦੀ, ਵਰਤਮਾਨ ਦੀ ਤੇ ਭਵਿੱਖ ਦੀ। ਤੇ ਸਤਿਗੁਰ ਦੇਵ ਜੀ ਜਾਣਦੇ ਹੋ ਸਾਰੀ ਗੱਲ, ਫਿਰ ਆਪ ਸਾਰੀ ਵਿਚਾਰ ਨੂੰ ਸਮਝਦੇ ਹੋਏ ਗੁਰੂ ਰਾਮਦਾਸ ਜੀ ਨੂੰ ਅਗਲਾ ਦਿਸ਼ਾ ਨਿਰਦੇਸ਼ ਦਿੰਦੇ ਹੈ। ਰਹੇ ਕਿਤਕ ਦਿਨ ਗੋਇੰਦਵਾਲ, ਸਭ ਆਮਦ ਕੀ ਕਰਤ ਸੰਭਾਲ। ਇਉਂ ਫਿਰ ਸੋਢੀ ਸੁਲਤਾਨ ਕਈ ਕੁ ਦਿਨ ਅਮਰਦਾਸ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਗੋਬਿੰਦਵਾਲ ਸਾਹਿਬ ਰਹੇ, ਸਾਰੀ ਆਮਦਨ ਦੀ ਸੰਭਾਲ ਕਰਦੇ ਹੋਏ ਤੇ ਹੋਰ ਇਧਰ ਗੁਰੂ ਘਰ ਦੇ ਕੰਮ ਕਾਜ ਸੰਭਾਲਦੇ ਹੋਏ। ਨਿਜ ਅਨੁਸਾਰ ਕਾਰਜੇ ਔਰ, ਕਰਤ ਭਏ ਸੋਢੀ ਸਿਰਮੌਰ। ਸੋਢੀ ਕੁਲ ਤੇ ਸਿਰਮੌਰ ਵੀ ਭੂਖਣ ਗੁਰੂ ਰਾਮਦਾਸ ਮਹਾਰਾਜ
ਆਪਣੇ ਵੀ ਜਿਹੜੇ ਕੋਈ ਕਾਰ ਸੀ ਨਾ ਘਰੇਲੂ, ਉਹ ਇੱਥੇ ਗੋਇੰਦਵਾਲ ਸਾਹਿਬ ਵਿਖੇ ਕਰ ਲੈਂਦੇ ਹੈ ਕੁਝ ਦਿਨਾਂ ਦੇ ਵਿੱਚ। ਜਥਾ ਹੁਕਮ ਸਤਿਗੁਰ ਜਬ ਕਰੈ, ਤਥਾ ਸ਼ੀਘਰ ਹੀ ਬਚ ਅਨਸਰੈ। ਜਿਵੇਂ ਜਿਵੇਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ ਗੁਰੂ ਅਮਰਦਾਸ ਜੀ ਹੁਕਮ ਕਰਦੇ ਨਾ, ਉਵੇਂ ਉਵੇਂ ਸਤਿਗੁਰੂ ਗੁਰੂ ਰਾਮਦਾਸ ਜੀ ਚੜ੍ਹਦੀ ਕਲਾ ਦੇ ਨਾਲ ਸਤਿਗੁਰਾਂ ਦਾ ਮਿਲਿਆ ਹੋਇਆ ਹੁਕਮ ਕਮਾਉਂਦੇ। ਨਿਸ ਦਿਨ ਇੱਕ ਸੇਵਾ ਤੇ ਤਤਪਰ, ਆਪਰ ਨਹੀਂ ਕਿਮ ਬਾਛਾ ਉਰ ਧਰ। ਦਿਨ ਰਾਤ ਸਤਿਗੁਰੂ ਦੇਵ ਜੀ ਦੇ ਹੁਕਮ ਦੇ ਵਿੱਚ ਦੀ ਉਡੀਕ ਵਿੱਚ ਹੀ ਰਹਿੰਦੇ ਆ ਗੁਰੂ ਰਾਮਦਾਸ ਜੀ, ਤਤਪਰ ਰਹਿੰਦੇ ਆ, ਢਿੱਲ ਨਹੀਂ ਕਰਦੇ। ਜਿਉਂ ਹੀ ਸਤਿਗੁਰੂ ਗੁਰੂ ਅਮਰਦਾਸ ਆਪਣੇ ਸੱਸਮੁਖ ਤੋਂ ਕੋਈ ਹੁਕਮ ਕਰਦੇ ਆ ਨਾ, ਤੇ ਸਤਿਗੁਰੂ ਗੁਰੂ ਰਾਮਦਾਸ ਝੱਟ ਉਹ ਕਾਰਜ ਵਿੱਚ ਜੁਟ ਜਾਂਦੇ ਹੈ। ਲੋਕ ਕਾਨ ਕੋ ਮਨ ਹੈ ਨਾਹੀ, ਮਾਨ ਵਡਾਈ ਨਹਿ ਚਿਤ ਚਾਹੀ। ਚਿੱਤ ਵਿੱਚ ਇਹ ਗੱਲ ਨਹੀਂ ਭੋਰਾ ਵੀ ਲਿਆਉਂਦੇ ਵੀ ਮੈਨੂੰ ਕੀ ਕਹਿਣਗੇ ਲੋਕ, ਵੀ ਇਹ ਕਿਵੇਂ ਆਪਣੇ ਸਹੁਰੇ ਦੇ ਘਰ ਹੁਕਮ ਕਮਾ ਰਹੇ ਹੈ। ਨਹੀਂ, ਕੋਈ ਪ੍ਰਵਾਹ ਨਹੀਂ ਗੁਰੂ ਰਾਮਦਾਸ ਜੀ ਨੂੰ। ਕਿਉਂਕਿ ਉਹ ਤੇ ਸਿੱਖ ਨੇ ਨਾ ਗੁਰੂ ਅਮਰਦਾਸ ਜੀ ਦੇ, ਆਪਣੇ ਆਪ ਨੂੰ ਸਮਝਦੇ ਤੇ ਗੁਰੂ ਜਾਣਦੇ ਆ ਗੁਰੂ ਅਮਰਦਾਸ ਜੀ ਨੂੰ। ਇਸ ਕਰਕੇ ਜੋ ਹੁਕਮ ਹੈ ਉਹਨੂੰ ਚੜ੍ਹਦੀ ਕਲਾ ਦੇ ਨਾਲ ਆਪਣੇ ਤਾਂ ਹੀ ਕਮਾਉਂਦੇ ਹੈ। ਰਹਿ ਨਿਰਾਲਸ ਧੀਰਜ ਧਾਰੀ, ਦੇਗ ਆਦ ਕੀ ਕਰਤ ਸੰਭਾਰੀ। ਤੇ ਆਲਸ ਰਹਿਤ, ਰਤਾ ਜਿੰਨਾ ਵੀ ਹੁਣ ਆਲਸ ਨਹੀਂ ਕਰਦੇ, ਬੜੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆ ਸੋਢੀ ਸੁਲਤਾਨ। ਬਸ ਜਿਉਂ ਹੀ ਸਤਿਗੁਰ ਦੇ ਹੁਕਮ ਕਰਦੇ ਆ, ਬਿਨਾਂ ਦੇਰੀ ਤੋਂ ਉਹੀ ਕਾਰਜ ਕਰਨ ਵਿੱਚ ਲੱਗ ਜਾਂਦੇ ਆ। ਭਾਵੇਂ ਉਹ ਕਾਰਜ ਲੰਗਰ ਬਣਾਉਣ ਦਾ, ਭਾਵੇਂ ਵਰਤਾਉਣ ਦਾ, ਭਾਵੇਂ ਬਾਹਰੋਂ ਰਸਾਂ ਲਿਆਉਣ ਦਾ, ਤੇ ਭਾਵੇਂ ਕੋਈ ਆਏ ਹੋਏ ਗੁਰਸਿੱਖਾਂ ਦੀ ਟਹਿਲ ਸੇਵਾ ਦਾ। ਜੋ ਜੋ ਹੁਕਮ ਹੈ ਸਤਿਗੁਰੂ ਦੇਵ ਜੀ ਦਾ, ਉਹਨੂੰ ਚੜ੍ਹਦੀ ਕਲਾ ਦੇ ਨਾਲ ਕਮਾਉਂਦੇ ਹੈ। ਸਭ ਗੁਰੂ ਘਰ ਕੋ ਖਰਚ ਚਲਾਵੈ, ਜੋ ਚਹਤ ਸੋ ਸਕਲ ਪੁਚਾਵੈ। ਤੇ ਗੁਰੂ ਘਰ ਦਾ ਸਾਰਾ ਹੀ ਖਰਚ ਚਲਾਉਂਦੇ ਆ, ਤੇ ਜਿਵੇਂ ਜਿੱਥੇ ਜਿਹੜੀ ਕੋਈ ਵਸਤੂ ਦੀ ਲੋੜ ਹੁੰਦੀ ਹੈ ਤੇ ਉਹ ਸਾਰੀਆਂ ਵਸਤੂਆਂ ਆਪ ਸਤਿਗੁਰੂ ਦੇਵ ਜੀ ਦੀ ਹਜ਼ੂਰੀ ਵਿੱਚ ਲਿਆ ਕੇ ਅਰਪਣ ਕਰਦੇ ਹੈ। ਸਰਬ ਪ੍ਰਕਾਰ ਕਾਰ ਵਧ ਗਈ, ਨਿਤ ਸਵਧਾਨ ਸੰਭਾਲ ਸੁਲਈ। ਤੇ ਇਸ ਪ੍ਰਕਾਰ ਹਰ ਕੰਮ ਸਤਿਗੁਰ ਦੇਵ ਆਪਣੇ ਤਾਂ ਹੀ ਕਰਦੇ ਆ ਗੁਰੂ ਰਾਮਦਾਸ ਜੀ, ਤੇ ਸਾਵਧਾਨਤਾ ਦੇ ਨਾਲ ਇਹ ਸਾਰੇ ਕੰਮ ਕਾਜ ਸੰਭਾਲਦੇ ਹੈ। ਸਤਿਗੁਰ ਮਨ ਅਨਸਾਰੀ ਹੋਏ, ਨਿਰੰਕਾਰ ਕਾਰ ਕਰ ਸੋਏ। ਤੇ ਸਤਿਗੁਰੂ ਦੇਵ ਜੀ ਦੇ ਬਚਨਾਂ ਦੇ ਅਨੁਸਾਰ ਹੀ ਕਰਮ ਕਰਦੇ ਆ, ਵੀ ਇਹ ਨਹੀਂ ਵੀ ਸਤਿਗੁਰੂ ਦੇਵ ਜੀ ਦੇ ਹੁਕਮਾਂ ਦੀ ਕੋਈ ਤੋਹੀਨ ਕਰਦੇ ਆ। ਨਹੀਂ, ਸਾਰੇ ਕਰਮ ਨੂੰ ਬੜੀ ਚੜ੍ਹਦੀ ਕਲਾ ਦੇ ਨਾਲ, ਬੜੀ ਨਿਮਰਤਾ ਨਿਰਵਾਣਤਾ ਦੇ ਸਹਿਤ ਕਰਦੇ ਆ, ਤੇ ਆਪਣੇ ਤਾਂ ਹੀ ਭੋਰਾ ਜਿੰਨਾ ਵੀ ਮਾਣ ਨਹੀਂ ਕਰਦੇ ਗੁਰੂ ਰਾਮਦਾਸ ਜੀ। ਬਹੁਤ ਨਿਮਰਤਾ ਦੇ ਨਾਲ ਇਹ ਸਾਰੀ ਸੇਵਾ ਨਿਭਾਉਂਦੇ ਹੈ। ਤਿਮ ਸੇਵਾ ਬਹੁ ਪਿਤ ਕੀ ਠਾਨੀ, ਮਨ ਬਚ ਕਰਮ ਦੇ ਨਿਸ ਦਿਨ ਭਾਨੀ। ਤੇ ਬੀਬੀ ਭਾਨੀ ਜੀ ਗੁਰੂ ਰਾਮਦਾਸ ਜੀ ਦੇ ਮਹਿਲ ਨੇ। ਗੁਰੂ ਅਮਰਦਾਸ ਜੀ ਦੀ ਪੁੱਤਰੀ ਹੈ ਬੀਬੀ ਭਾਨੀ। ਮਨ ਬਚ ਕਰਮ ਕਰਕੇ ਜੋ ਸਤਿਗੁਰੂ ਦੇਵ ਜੀ ਦਾ ਹੁਕਮ ਉਹਨੂੰ ਕਮਾਉਂਦੇ ਆ। ਵੀ ਰਤਾ ਜਿੰਨਾ ਵੀ ਆਪਣੇ ਦੇ ਨਹੀਂ ਸਮਝਦੇ ਵੀ ਇਹ ਸਾਡੇ ਪਿਤਾ ਨੇ ਸਾਨੂੰ ਕੰਮ ਕਿਹਾ। ਨਹੀਂ, ਆਪਣੇ ਗੁਰੂ ਜਾਣ ਕੇ, ਗੁਰਦੇਵ ਜਾਣ ਕੇ ਹੁਣ ਇਹ ਸਾਰੇ ਕਾਰਜ ਨੂੰ ਉਹ ਵੀ ਬਾਖੂਬੀ ਨਿਭਾਉਂਦੇ ਹੈ। ਦੇਖ ਦੋਨੋਂ ਕੀ ਦੇਸ਼ ਗੁਰ ਸਾਚੋ, ਲੇਸ਼ ਵਿਕਾਰ ਨਾ ਜਿਨ ਮਨ ਰਾਚੋ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਆਪਣੇ ਦਾਮਾਦ ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਤੇ ਬੀਬੀ ਭਾਨੀ ਜੀ ਦੀ ਇਹ ਮਹਾਨ ਸੇਵਾ ਦੇ ਕਾਰਜ ਵੱਲ ਵੇਖ ਕੇ ਬੜੇ ਮਨ ਵਿੱਚ ਪ੍ਰਸੰਨ ਹੁੰਦੇ ਆ, ਤੇ ਚਿਤਵਦੇ ਲੇਸ ਵਿਕਾਰ ਨਾ ਜਿਨ ਮਨ ਰਾਚੇ। ਵੀ ਇਹਨਾਂ ਦੇ ਮਨ ਵਿੱਚ ਰਤਾ ਜਿੰਨਾ ਵੀ ਲੇਸ ਮਾਤਰ ਵੀ ਕੋਈ ਵਿਕਾਰ ਨਹੀਂ ਹੈ। ਬੜੀ ਨਿਮਰਤਾ ਦੇ ਸਹਿਤ ਇਹ ਸਾਰੇ ਗੁਰੂ ਨਾਨਕ ਦੇ ਘਰ ਦੇ ਸੇਵਾ ਦੇ ਕਾਰਜ ਕਰਦੇ ਹੈ। ਹੋਤ ਪ੍ਰਸੰਨ ਚਹਿ ਸਦਕਾਈ, ਦੀਜਹ ਅਬ ਗਾਦੀ ਗੁਰ ਆਈ। ਤੇ ਸਤਿਗੁਰ ਦੇ ਬਹੁਤ ਪ੍ਰਸੰਨ ਹੈ ਤੇ ਚਾਹੁੰਦੇ ਹੈ ਕਿ ਹੁਣ ਇਹਨਾਂ ਨੂੰ ਮੈਂ ਆਪਣਾ ਜਿਹੜਾ ਤਖਤ ਹੈ ਨਾ ਗੁਰੂ ਰਾਮਦਾਸ ਜੀ ਨੂੰ ਪ੍ਰਦਾਨ ਕਰ ਦੇਵਾਂ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਗੁਰੂ ਰਾਮਦਾਸ ਜੀ ਦੀ ਸੇਵਾ ਤੇ ਬਹੁਤ ਪ੍ਰਸੰਨ ਹੋਏ। ਤੇ ਇਹੀ ਕਾਰਨ ਸੀ ਕਿ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਕਟਾਇਆ
ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਤੇ ਇਹ ਮਹਾਨ ਕਿਰਪਾ ਗੁਰੂ ਅੰਗਦ ਅਮਰਦਾਸ ਮਹਾਰਾਜ ਜੀਆਂ ਨੇ ਕਰਨਾ ਕੀਤੀ, ਤੇ ਜਿਸ ਕਰਕੇ ਸਤਿਗੁਰੂ ਦੇਵ ਜੀ ਦੇ ਉਪਦੇਸ਼ ਨੂੰ ਕਮਾਉਂਦੇ ਹੋਏ ਜਿੱਥੇ ਗੁਰਗੱਤਾ ਗੱਦੀ ਦਾ ਤਖਤ ਪ੍ਰਾਪਤ ਹੋਇਆ, ਉਥੇ ਨਵਾਂ ਨਗਰ ਵੀ ਸਤਿਗੁਰੂ ਜੀ ਨੇ ਫਿਰ, ਜਿਸ ਨੂੰ ਆਪਾਂ ਦਰਸ਼ਨ ਦਿਦਾਰੇ ਕਰਦੇ ਹਾਂ, ਜਿਸ ਨੂੰ ਆਪਾਂ ਚੱਕ ਰਾਮਦਾਸਪੁਰ, ਜਿਹਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਨਾਮ ਦੇ ਨਾਲ ਜਾਣਦੇ ਹਾਂ, ਇਹ ਨਗਰ ਵੀ ਗੁਰੂ ਅਮਰਦਾਸ ਜੀ ਦੇ ਹੁਕਮ ਅਨੁਸਾਰ ਗੁਰੂ ਰਾਮਦਾਸ ਜੀ ਨੇ ਆਬਾਦ ਕਰਨਾ ਕੀਤਾ ਸੀ। ਇਹ ਸਾਰਾ ਕਾਰਜ ਸਤਿਗੁਰੂ ਦੇਵ ਜੀ ਦੇ ਹੁਕਮ ਅਨੁਸਾਰ ਹੀ ਹੋਇਆ, ਕਿਉਂਕਿ ਸਤਿਗੁਰੂ ਦੇਵ ਜੀਆਂ ਨੇ ਹੁਕਮ ਕੀਤਾ ਸੀ ਨਾ ਕਿ ਤੁਸੀਂ ਇਹ ਨਵਾਂ ਨਗਰ ਆਬਾਦ ਕਰਨਾ ਹੈ, ਤੇ ਸਤਿਗੁਰੂ ਦੇਵ ਜੀ ਦੇ ਹੁਕਮ ਦੇ ਵਿੱਚ ਹੀ ਫਿਰ ਇਹ ਸਾਰੀ ਸੇਵਾ ਕਰਨਾ ਕੀਤੀ। ਸੰਮਤ 1621 ਦੇ ਵਿੱਚ ਗੁਰੂ ਅਮਰਦਾਸ ਜੀ ਨੇ ਆਗਿਆ ਕੀਤੀ ਸੀ ਗੁਰੂ ਰਾਮਦਾਸ ਜੀ ਨੂੰ, ਤੇ ਸਤਿਗੁਰੂ ਦੇਵ ਜੀ ਨੇ ਫਿਰ ਇਹ ਕਾਰਜ ਉਹਦੀ ਆਰੰਭ ਕਰ ਦਿੱਤਾ ਸੀ, ਤੇ ਇਹ ਕਾਰਜ ਫਿਰ ਸੰਮਤ 1645 ਦੇ ਵਿੱਚ ਸੰਪੂਰਨ ਹੋਇਆ, ਤੇ ਪਹਿਲਾ ਸਰੋਵਰ ਸੰਤੋਖਸਰ ਦਾ ਸਤਿਗੁਰੂ ਦੇਵ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਵਿੱਚ ਆਬਾਦ ਕਰਨਾ ਕੀਤਾ ਸੀ। ਇੱਥੇ ਹੀ ਇਹ ਪ੍ਰਸੰਗ ਦੀ ਸਮਾਪਤੀ ਹੈ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਆਪ ਸੰਗਤ ਸਤਿਗੁਰੂ ਪਿਤਾ ਬਖਸ਼ੰਦ ਨੇ ਆਓ ਅਖੀਰਲੀਆਂ ਦੋ ਪੰਕਤੀਆਂ ਪੜ੍ਹ ਇੱਥੇ ਹੀ ਇਸ ਪ੍ਰਸੰਗ ਨੂੰ ਸਮਾਪਤ ਕਰੀਏ ਜੀ। ਹੋਤ ਪ੍ਰਸੰਨ ਚਹੈ ਸਾਧਿਕਾਈ, ਦੀਜਹ ਅਬ ਗਾਦੀ ਗੁਰਿਆਈ। हे अच्युत हे पार ब्रह्म अविनाशी अगनास, हे पूरण हे सर्ग में दुख भंजन ਗੁਣਤਾਸ। हे संगी हे निरंकार, हे निर्गुण सब टेक। हे गोविंद हे गुण निधान, जाकै सदा विवेक। हे अपरंपर हर हरे, है पीहो मनहार। हे संता कै सदा संग, निधान आधार। हे ठाकुर हूँ दास रो, मैं निर्गुण गुण नहीं कोय। नानक दीजै नाम दान, राखो ਹਿਆ ਪਰੋਏ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਕਰ ਮਨ ਬਸਤ, ਨਾਨਕੋ ਧਨਿਆਲ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਕਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।